क्या करे प्लस टू तो बाद अगर ਤੁਹਾਡੇ ਚਾਹ ਹੈਗਾ ਜ਼ਿੰਦਗੀ 'ਚ ਕਿ ਕੰਪਿਊਟਰ ਇੰਜੀਨੀਅਰ ਬਣਨ ਦਾ ਰੀਅਲ ਕੰਪਿਊਟਰ ਇੰਜੀਨੀਅਰ ਤੁਸੀਂ ਚਾਹੁੰਦੇ ਆ ਕਿ 3 ਸਾਲ ਤੋਂ ਬਾਅਦ ਮੇਰੀ 100% ਜੋਬ ਲੱਗ ਜਾਏ ਔਰ ਬਹੁਤ ਵਧੀਆ ਪੈਕੇਜ ਵੀ ਤੁਹਾਨੂੰ ਮਿਲੇ ਤਾਂ ਕੋਡੀ ਟੈਕਨੋਲੋਜੀ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਵਾਲਾ ਇੰਸਟੀਟਿਊਟ ਹੈ। ਤੁਸੀਂ ਕੋਡੀ ਟੈਕਨੋਲੋਜੀ ਇੱਕ ਵਾਰ ਆ ਕੇ ਜ਼ਰੂਰ ਇਸ ਚੀਜ਼ ਬਾਰੇ ਪਤਾ ਕਰੋ। ਹੁਣ ਹੁੰਦਾ ਕੀ ਹੈ ਮਤਲਬ ਕਿ ਅਸੀਂ ਕਿਸ ਤਰੀਕੇ ਨਾਲ ਕੋਰਸ ਕਰਵਾਉਂਦੇ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸਾਡਾ ਕੋਡੀ ਟੈਕਨੋਲੋਜੀ ਵਿੱਚ ਜਿਹੜੀ ਚੀਜ਼ਾਂ ਤੁਹਾਨੂੰ ਕੋਰਸ ਕਰਾਏ ਜਾਂਦੇ 3 ਸਾਲ ਦਾ ਕੋਰਸ ਆ BCA ਦਾ BBA ਦਾ ਆ BCom ਆ 3 ਕੋਰਸ ਅਸੀਂ ਕਰਵਾਉਂਦੇ ਹਾਂ। ਬਟ ਮੋਸਟ ਜ਼ਿਆਦਾ ਇੰਪੋਰਟੈਂਟ ਜੋ ਮੇਰੀ ਨਜ਼ਰ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਪੀਕ 'ਤੇ ਆ ਮਤਲਬ ਜਿਸਦੀ ਸਭ ਤੋਂ ਜ਼ਿਆਦਾ ਕਹਿ ਲਓ ਜੋਬ ਰੈਡੀ ਹੈ ਕੋਰਸ ਮਤਲਬ ਤੁਸੀਂ ਕੋਰਸ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਜੋਬਸ ਮਿਲਦੀਆਂ ਉਹ ਹੈਗੀਆਂ BCA ਦਾ ਕੋਰਸ। ਠੀਕ ਹੈ, ਇਹ ਇੱਕ ਇੱਦਾਂ ਦੀ ਡਿਗਰੀ ਹੈਗੀ ਜਿਹਦੇ ਅੰਦਰ ਤੁਸੀਂ ਅਗਰ ਸਹੀ ਢੰਗ ਨਾਲ ਇਹਨੂੰ ਕਰਦੇ ਹੋ ਪ੍ਰੈਕਟੀਕਲ ਕਰਦੇ ਹੋ ਤਾਂ 100% ਜੋਬ 100% ਔਰ ਕੋਡਿਟੀ ਤੋਂ ਕਰਦੇ ਹੋ ਤਾਂ ਜੋਬ ਤਾਂ ਹੈ ਹੀ ਹੈ ਤੁਹਾਡੇ ਕੋਲ ਜੋਬ ਤਾਂ 100% ਰਹਿਣੀ ਹੀ ਆ। ਉਸ ਤੋਂ ਬਾਅਦ ਤੁਸੀਂ ਆਪਣੇ ਫ੍ਰੀਲਾਂਸਿੰਗ ਕੰਮ ਵੀ ਸਟਾਰਟ ਕਰ ਸਕਦੇ ਹੋ ਕਿਉਂਕਿ ਸਾਡੇ ਪੜ੍ਹਾਉਣ ਦਾ ਤਰੀਕਾ ਰਹਿੰਦਾ ਹੈ ਕਿ 4 ਮੰਥ 6 ਮੰਥ ਦਾ ਸਮੈਸਟਰ ਹੁੰਦਾ ਉਹ 'ਚ 4 ਮੰਥ ਅਸੀਂ ਟੋਟਲੀ ਕੰਮ ਕਰਦੇ ਆ ਪ੍ਰੈਕਟੀਕਲ 'ਤੇ ਟੋਟਲੀ ਪ੍ਰੈਕਟੀਕਲ ਉਹ ਤੁਹਾਡੇ ਸਿਲੇਬਸ 'ਚ ਹੋਵੇ ਜਾਂ ਨਾ ਹੋਵੇ ਕੋਈ ਦਿੱਕਤ ਨਹੀਂ ਆ ਪਰ ਟੋਟਲੀ ਪ੍ਰੈਕਟੀਕਲ ਉਹਦੇ ਅੰਦਰ ਤੁਸੀਂ ਰੀਅਲ 'ਚ ਪ੍ਰੋਜੈਕਟ ਕਰਦੇ ਜਿਹੜੇ ਕਿ ਇਸ ਟਾਈਮ ਮਾਰਕੀਟ 'ਚ ਚੱਲਦੇ ਪਏ ਇਸ ਟਾਈਮ 'ਤੇ ਮਾਰਕੀਟ ਚੱਲਦੇ ਆ। ਉਹ ਜਿਹੜੇ ਲਾਸਟ 2 ਮੰਥ ਹੁੰਦੇ ਆ ਅਸੀਂ ਉਹ ਡੈਡੀਕੇਟਡ ਪੂਰੇ 100% ਡੈਡੀਕੇਟ ਕਰਦੇ ਆ ਆਪਣੇ ਸਿਲੇਬਸ ਨੂੰ ਜੋ ਤੁਹਾਨੂੰ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਸਿਲੇਬਸ ਉਸ ਚੀਜ਼ ਨੂੰ ਉਹ ਅਸੀਂ ਸਹੀ ਢੰਗ ਨਾਲ 2 ਮੰਥ ਪੜ੍ਹਦੇ ਹਾਂ। ਉਸ ਤੋਂ ਬਾਅਦ ਜਿਹੜੇ ਤੁਹਾਡੇ ਐਗਜ਼ਾਮ ਹੁੰਦੇ ਆ ਤੁਸੀਂ ਵਧੀਆ ਐਗਜ਼ਾਮ ਕਲੀਅਰ ਕਰ ਲੈਂਦੇ ਆ। ਉਸ ਤੋਂ ਬਾਅਦ ਫਿਰ ਤੋਂ ਤੁਹਾਡੀ ਫਿਰ ਪ੍ਰੈਕਟੀਕਲੀ ਚੀਜ਼ ਚੱਲਦੀਆਂ ਜਿਹੜੀਆਂ ਕਿ ਕੰਪਨੀ ਦੇ ਅੰਦਰ ਯੂਜ਼ ਹੋਣੀਆਂ ਮਤਲਬ ਕਿ ਅਸੀਂ ਵੈਬਸਾਈਟ ਡਿਜ਼ਾਈਨਿੰਗ ਸਿੱਖਦੇ ਹੁੰਦੇ ਹਾਂ ਵੈਬ ਡਿਵੈਲਪਮੈਂਟ ਸਿੱਖਦੇ ਹੁੰਦੇ ਹਾਂ ਜਿਹੜੀ ਕਿ ਤੁਹਾਡੇ ਸਿਲੇਬਸ 'ਚ ਨਹੀਂ ਹੁੰਦੀਆਂ। ਫਿਰ ਅਸੀਂ ਗ੍ਰਾਫਿਕ ਔਰ ਐਨੀਮੇਸ਼ਨ ਸਿੱਖਦੇ ਹਾਂ ਫਿਰ ਡਿਜੀਟਲ ਮਾਰਕੀਟਿੰਗ ਸਿੱਖਦੇ ਹਾਂ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਹੀ ਸਿੱਖਦੇ ਹਾਂ। ਜਦੋਂ ਤੁਸੀਂ ਕੋਡਿਟੀ ਦੇ ਅੰਦਰ ਤੁਸੀਂ BCA ਡਿਗਰੀ ਲੈਂਦੇ ਹੋ ਉਸ ਤੋਂ ਬਾਅਦ 2 ਮੰਥ ਦੇ 2 ਈਅਰ ਦੇ ਅੰਦਰ ਤੁਸੀਂ ਸਾਰੇ ਕੋਰਸ ਆਲਮੋਸਟ ਹਰ ਇੱਕ ਚੀਜ਼ਾਂ ਪ੍ਰੈਕਟੀਕਲ ਸਿੱਖ ਚੁੱਕੇ ਹੁੰਦੇ ਹੋ। ਉਸ ਤੋਂ ਬਾਅਦ 2 ਮੰਥ ਤਾਂ ਨਹੀਂ ਵੈਸੇ ਤੀਸਰੇ ਸਮੈਸਟਰ ਤੋਂ ਬਾਅਦ ਮਤਲਬ ਕਿ 1.5 ਸਾਲ ਬਾਅਦ ਤੁਹਾਨੂੰ ਇੱਕ ਪ੍ਰੈਕਟੀਕਲ ਅਸਾਈਨਮੈਂਟਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਅੰਦਰ ਤੁਹਾਨੂੰ ਜਦੋਂ ਤੁਸੀਂ ਪ੍ਰੋਜੈਕਟ ਕੰਪਲੀਟ ਕਰਦੇ ਹੋ ਤੁਹਾਨੂੰ ਮਿਲਦੀ ਹੈ ਉਹਦੇ ਬਦਲੇ ਸਟਾਈਫੰਡ ਤੁਸੀਂ 8 ਤੋਂ 10 ਤੋਂ 15,000 ਰੁਪਏ ਉਸ ਟਾਈਮ ਤੁਸੀਂ ਉਹਦੇ ਵਿੱਚ ਅਰਨ ਕਰ ਲੈਂਦੇ ਆਰਾਮ ਨਾਲ ਕਿਉਂਕਿ ਤੁਸੀਂ ਲਾਈਵ ਪ੍ਰੋਜੈਕਟ ਕਰਦੇ ਆ। ਸਾਡੇ ਕੁਝ ਕੰਪਨੀਆਂ ਨਾਲ ਟਾਈਪ ਰਹਿੰਦੇ ਆ ਸਾਡੇ ਖੁਦ ਆਪਣੇ ਪ੍ਰੋਜੈਕਟ ਹੁੰਦੇ ਆ ਲੋਕਲ ਹੁੰਦੇ ਆ ਇੰਟਰਨੈਸ਼ਨਲ ਪ੍ਰੋਜੈਕਟ ਹੁੰਦੇ ਆ ਫਿਰ ਅਸੀਂ ਉਹਨਾਂ 'ਤੇ ਕੰਮ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ ਤੁਸੀਂ ਅਰਨ ਤਾਂ ਕਰਦੇ ਆ ਸੈਲਰੀਆਂ ਦੇ ਸਾਰੇ ਜੋ ਫੀਸਿਸ ਦੇ ਪੈਸੇ ਉਹ ਤੁਸੀਂ ਸਾਰੇ ਖੁਦ ਹੀ ਪੇ ਕਰਦੇ ਹੁੰਦੇ ਆ। ਉਸ ਤੋਂ ਬਾਅਦ ਹੁੰਦਾ ਤੁਹਾਨੂੰ ਜਦੋਂ ਤੁਸੀਂ ਇਹ ਕੋਰਸ ਖਤਮ ਕਰਦੇ ਹੋ ਡਿਗਰੀ ਦੇ ਨਾਲ ਤੁਹਾਨੂੰ ਮਿਲਦੇ ਆ ਸਰਟੀਫਿਕੇਟਸ ਵੈਬਸਾਈਟ ਡਿਜ਼ਾਈਨਿੰਗ ਦਾ 6 ਮੰਥ ਦਾ ਸਰਟੀਫਿਕੇਟ ਉਹ ਨਾਲ ਹੁੰਦਾ ਐਕਸਪੀਰੀਅੰਸ ਲੈਟਰ ਨਾਲ ਤੁਹਾਨੂੰ ਰਿਜ਼ਿਊਮ 'ਚ ਮਿਲਦੀਆਂ ਕਿਹੜੀਆਂ ਤੁਸੀਂ ਵੈਬਸਾਈਟ ਡਿਜ਼ਾਈਨ ਕੀਤੀਆਂ ਉਸ ਟਾਈਮ 'ਤੇ। ਫਿਰ ਇਸੇ ਤਰੀਕੇ ਨਾਲ ਕਿ ਜਦੋਂ ਤੁਸੀਂ 3 ਸਾਲ ਦੀ ਡਿਗਰੀ ਕੰਪਲੀਟ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲ ਹੁੰਦੇ ਆ ਬਹੁਤ ਸਾਰੇ ਸਰਟੀਫਿਕੇਟਸ ਜਿਹੜੇ ਹੁੰਦੇ ਆ ਰੀਅਲ ਲਾਈਫ ਜਿਹੜੇ ਕੰਪਨੀ 'ਚ ਕੰਮ ਆਉਣੇ ਆ ਵੈਬਸਾਈਟ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ SEO ਜੋ ਵੀ ਤੁਸੀਂ ਗ੍ਰਾਫਿਕਸ ਨਾਲ ਰਿਲੇਟਡ ਚੀਜ਼ਾਂ ਕਰਦੇ ਹੋ ਐਨੀਮੇਸ਼ਨ ਨਾਲ ਕਰਦੇ ਹੋ ਤੁਸੀਂ ਉਹ ਚੀਜ਼ਾਂ ਸਿੱਖੀਆਂ ਹੁੰਦੀਆਂ ਰੀਅਲ 'ਚ ਸਿੱਖੀਆਂ ਹੁੰਦੀਆਂ ਤੁਸੀਂ ਪ੍ਰੋਜੈਕਟ ਬਣਾਏ ਹੁੰਦੇ ਇੱਕ ਪ੍ਰੋਜੈਕਟ ਤਾਂ ਜਿੱਦਾਂ ਅਸੀਂ ਉੱਦਾਂ ਕੀ ਹੁੰਦਾ ਜਨਰਲੀ ਇੱਕ 6 ਮੰਥ 'ਚ ਇੱਕ ਪ੍ਰੋਜੈਕਟ ਬਣਾਉਂਦੇ ਇੱਥੇ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਬਣਾਏ ਹੁੰਦੇ ਆ। ਫਿਰ ਜਦੋਂ ਤੁਸੀਂ ਇੰਟਰਵਿਊ ਤੁਹਾਡੇ ਕਲੀਅਰ ਹੁੰਦੇ ਆ ਤੁਸੀਂ ਰਿਜ਼ਿਊਮ ਬਣਾਉਂਦੇ ਆ ਰਿਜ਼ਿਊਮ ਚੈੱਕ ਕਰੋ ਤੁਹਾਡਾ ਨਾਮ ਹੈ ਉਸ ਤੋਂ ਬਾਅਦ ਨੀਚੇ ਤੁਸੀਂ ਆਪਣੀਆਂ ਸਕਿੱਲਸ ਲਿਖਦੇ ਕੀ ਤੁਹਾਨੂੰ ਨੌਲੇਜ ਹੈਗੀ ਆ ਡਿਗਰੀ ਲਿਖਦੇ ਹੋ ਕਰਦੇ ਹੋ। ਜਦੋਂ ਰਿਜ਼ਿਊਮ ਇੱਕ ਕੰਪਨੀ ਕੋਲ ਜਾਂਦਾ ਤੇ ਉਹ ਕਿੰਨਾ ਜ਼ਿਆਦਾ ਇੰਪਰੈਸ਼ਨ ਉਸ ਚੀਜ਼ ਦਾ ਪੈਂਦਾ। ਠੀਕ ਹੈ, ਤੁਹਾਨੂੰ 100% ਕਾਲਸ ਆਉਂਦੇ ਹਨ। ਜੋਬ ਦੀ ਤਾਂ ਕੋਈ ਵੀ ਇੱਦਾਂ ਦੀ ਟੈਨਸ਼ਨਸ ਨਹੀਂ ਹੈਗੀ ਕਿ ਤੁਹਾਨੂੰ ਨਹੀਂ ਮਿਲਦੀ ਜੋਬ ਤਾਂ 100% ਮਿਲਣੀ ਹੈ ਔਰ ਜੋ ਸੈਲਰੀ ਤੁਸੀਂ ਮੂੰਹ ਉੱਥੇ ਕਹਿੰਦੇ ਹੋ ਕਿ ਸਾਨੂੰ ਇਹ ਸੈਲਰੀ ਚਾਹੀਦੀ ਤੁਹਾਨੂੰ ਉਹੀ ਚੀਜ਼ ਸੈਲਰੀ ਮਿਲੂਗੀ। ਇਸ ਤੋਂ ਇਲਾਵਾ ਕੀ ਹੁੰਦਾ ਇਸ ਤੋਂ ਇਲਾਵਾ ਹੁੰਦਾ ਸਾਡੇ ਕੋਲ ਸੌਫਟ ਸਕਿੱਲ ਹੁੰਦੀਆਂ ਪਬਲਿਕ ਸਪੀਕਿੰਗ ਤੁਸੀਂ ਸਟੇਜ 'ਤੇ ਕਿੱਦਾਂ ਬੋਲਦੇ ਹੋ ਸਾਰਿਆਂ ਦੇ ਵਿੱਚ ਪ੍ਰੈਜੈਂਟੇਸ਼ਨਸ ਕਿੱਦਾਂ ਦਿੰਦੇ ਹੋ। ਫਿਰ ਉਸ ਤੋਂ ਬਾਅਦ ਹੁੰਦੀ ਆ ਤੁਹਾਡੀ ਕੀ ਕਹਿੰਦੇ ਆ ਪ੍ਰੈਜੈਂਟੇਸ਼ਨਸ ਜਿੱਦਾਂ ਤੁਹਾਨੂੰ ਕੋਈ ਇੱਕ ਪ੍ਰੋਜੈਕਟ ਦੇ ਦਿੱਤਾ ਜਾਂਦਾ ਤੁਸੀਂ ਉਹਨੂੰ ਪ੍ਰੈਜੈਂਟ ਕਰਨਾ ਹੁੰਦਾ ਪ੍ਰੋਪਰਲੀ ਕਿਸ ਤਰੀਕੇ ਨਾਲ ਹੁੰਦਾ। ਫਿਰ ਉਸ ਤੋਂ ਬਾਅਦ ਤੁਹਾਡੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਈਵੈਂਟਸ ਹੁੰਦੇ ਆ ਜਿਨ੍ਹਾਂ ਵਿੱਚ ਮਾਈਂਡ ਹੰਟ ਐਕਟੀਵਿਟੀਜ਼ ਹੁੰਦੀਆਂ ਜਿਹਨਾਂ ਤੁਹਾਡਾ ਮਾਈਂਡ ਡਿਵੈਲਪ ਹੁੰਦਾ 'ਚ ਟੀਮ ਬਿਲਡਿੰਗ ਐਕਟੀਵਿਟੀਜ਼ ਹੁੰਦੀਆਂ ਤੁਸੀਂ ਟੀਮ ਬਿਲਡਿੰਗ ਕਰਦੇ ਆ ਕਿ ਜਿੱਦਾਂ ਕਿਸੇ ਦੇ ਨਾਲ ਤੁਸੀਂ ਇੱਕ ਟਾਸਕ ਪਰਫੋਰਮ ਮਿਲਦਾ ਤੁਸੀਂ 2 ਜਣੇ ਰਲ ਕੇ ਉਹ ਟਾਸਕ ਕਰਨਾ ਹੁੰਦਾ ਕਿ ਕਿੰਨਾ ਬੈਟਰ ਕਰਦੇ ਕਿੰਨਾ ਇੱਕ ਦੂਜੇ ਨਾਲ ਮਿਊਚੁਅਲ ਅੰਡਰਸਟੈਂਡਿੰਗ ਤੁਹਾਡੀ ਰਹਿੰਦੀ ਆ। ਤੁਸੀਂ ਸਾਡੇ YouTube ਚੈਨਲ 'ਤੇ ਦੇਖ ਸਕਦੇ ਹੋ ਤੇ ਕਈ ਤਰ੍ਹਾਂ ਦੇ ਇੱਦਾਂ ਦੇ ਤੁਹਾਨੂੰ ਮਿਲ ਜਾਣੇ ਆ। ਟੈਸਟੀਮੋਨੀਅਲ ਤੁਸੀਂ ਦੇਖ ਸਕਦੇ ਹੋ ਉੱਥੇ ਕਈ ਜਿੰਨੇ ਬੱਚੇ 100% ਪਲੇਸਮੈਂਟ 'ਤੇ ਇਸ ਟਾਈਮ ਸਾਡੇ ਅਸੀਂ ਬੱਚੇ 100% ਪਲੇਸਮੈਂਟ ਦਿੰਦੇ ਆ। ਠੀਕ ਹੈ, ਬਸ ਥੋੜ੍ਹੀਆਂ ਜਿਹੀ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਉਹ ਜਦੋਂ ਤੁਸੀਂ ਉਹਨੂੰ ਫੋਲੋ ਕਰਦੇ ਹੋ 100% ਚੀਜ਼ਾਂ ਤੁਸੀਂ ਇਸ ਚੀਜ਼ ਨੂੰ ਸਿੱਖਦੇ ਹੋ। ਉਹ ਜੋ ਟਰਮ ਐਂਡ ਕੰਡੀਸ਼ਨਸ ਹੈਗੇ ਤੁਹਾਨੂੰ ਵੈਬਸਾਈਟ ਦੇ ਉੱਤੇ ਮਿਲ ਜਾਣੀਆਂ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਚੱਲ ਜਾਣਾ। ਉਹ ਥੋੜ੍ਹੀਆਂ ਹੀ ਇੱਕ ਪੇਜ 'ਤੇ ਹੋਣਾ ਤੁਸੀਂ ਪੜ੍ਹ ਸਕਦੇ ਆ। ਕੋਈ ਵੀ ਇੱਦਾਂ ਦੀ ਟਰਮ ਐਂਡ ਕੰਡੀਸ਼ਨਸ ਨਹੀਂ ਹੈਗੀ ਕਿ ਜਿਹੜੀ ਤੁਸੀਂ ਲੱਗੋ ਕਿ ਇੱਦਾਂ ਨਹੀਂ ਇੱਦਾਂ ਦੀ ਕੋਈ ਉਹ ਸਾਰੀਆਂ ਤੁਹਾਡੇ ਹਿੱਤ 'ਚ ਹੀ ਆ। ਜਿੱਦਾਂ ਫੋਨ ਨਹੀਂ ਕਲਾਸ 'ਚ ਫੋਨ ਨਹੀਂ ਯੂਜ਼ ਕਰਨਾ ਜਾਂ ਫਿਰ ਕਹਿ ਲਓ ਜੋ ਵੀ ਤੁਹਾਨੂੰ ਕੰਮ ਦੇ ਤੁਹਾਨੂੰ ਕਰਨਾ ਕਲਾਸ 'ਚ ਕੁਐਸਚਨਸ ਪੁੱਛਣੇ ਇਹ ਤੁਹਾਡੇ ਲਈ ਹਰ ਇੱਕ ਕੰਡੀਸ਼ਨ ਤੁਹਾਡੀ ਸਕਿੱਲ ਨੂੰ ਇਨਹਾਂਸ ਕਰਨ ਦੀ ਚੀਜ਼ ਦੱਸੀ ਗਈ ਹੈ। ਠੀਕ ਹੈ, ਤੋ ਤੁਸੀਂ ਸੌਫਟ ਸਕਿੱਲਸ ਵੀ ਸਿੱਖਦੇ ਆ ਤੁਸੀਂ ਤੁਹਾਡੀ ਟੈਕਨੀਕਲ ਸਕਿੱਲਸ 'ਤੇ ਕੰਮ ਕਰਦੇ ਆ ਤੁਸੀਂ ਫਿਰ ਲਾਈਵ ਪ੍ਰੋਜੈਕਟ ਕੰਮ ਕਰਦੇ ਆ
ਬੜੇ ਸਾਰੇ ਤੁਸੀਂ ਪ੍ਰੋਜੈਕਟ ਇਸ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵਮੈਂਟ ਹੋ ਜਾਂਦਾ। ਇਹ ਇੰਨੀ ਕੁ ਵਧੀਆ ਪ੍ਰੋਗਰਾਮ ਆ ਤੁਹਾਡੇ ਵਾਸਤੇ, ਇੰਨਾ ਵਧੀਆ ਪ੍ਰੋਗਰਾਮ ਆ ਕਿ ਮਤਲਬ ਦੱਸਣਾ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਐਕਸਾਈਟਮੈਂਟ ਹੋ ਜਾਂਦੀ ਹੈ ਮੈਨੂੰ ਚੀਜ਼ ਕਿ ਯਾਰ ਇੱਕ ਇੰਨਾ ਵਧੀਆ ਪ੍ਰੋਗਰਾਮ ਅਸੀਂ ਲੈ ਕੇ ਆਏ ਉਹਨਾਂ ਬੱਚਿਆਂ ਵਾਸਤੇ ਜਿਹੜਾ ਕੁਛ ਅੱਗੇ ਲਾਈਫ 'ਚ ਕਰਨਾ ਚਾਹੁੰਦੇ ਆ। ਇੰਨਾ ਵਧੀਆ ਪ੍ਰੋਗਰਾਮ ਆ। ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਸ ਟਾਈਮ ਤੁਸੀਂ ਸਾਡੇ ਨਾਲ ਕੰਮ ਕਰ ਰਹੇ ਹੁੰਦੇ ਹੋ, ਤੁਹਾਡੇ ਅੰਦਰ ਕਲਾਇੰਟ ਦੀ ਥਿੰਕਿੰਗ ਸਮਝਣ ਲੱਗਣੀ ਸ਼ੁਰੂ ਹੋ ਜਾਂਦੀ ਆ ਕਿ ਕਲਾਇੰਟ ਸੋਚਦਾ ਕਿੱਦਾਂ। ਦੇਖੋ ਇਹ ਚੀਜ਼ ਜਿਹੜਾ ਤੁਹਾਡੇ ਵਿੱਚ ਆ ਜਾਂਦੀ ਆ, ਤੁਹਾਡੇ ਕੋਲ ਬਿਜ਼ਨਸ ਸਕਿੱਲਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਕਸਟਮਰ ਕਿੱਦਾਂ ਸੋਚਦਾ, ਕਲਾਇੰਟ ਕੀ ਸੋਚਦਾ, ਇਹਦੇ ਸਕਿੱਲਸ ਆਉਂਦੀਆਂ। ਤੁਸੀਂ ਇੱਕ ਬਿਜ਼ਨਸ ਸੋਚ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਕੀ ਹੋ ਜਾਂਦਾ ਕਿ ਤੁਸੀਂ ਖੁਦ ਆਪਣਾ ਜਦੋਂ ਕੋਈ ਚੀਜ਼ ਸ਼ੁਰੂ ਕਰਨਾ ਚਾਹੁੰਦੇ ਆ ਉਹ ਤੁਸੀਂ ਆਰਾਮ ਨਾਲ ਕਰ ਸਕਦੇ ਕਿਉਂਕਿ ਤੁਹਾਨੂੰ ਕਦੀ ਡਰ ਨਹੀਂ ਹੋਣਾ। ਇੱਕ ਮੈਂ ਉਹ ਚੀਜ਼ ਦੇਖੋ, ਜਿਸ ਟਾਈਮ ਮੈਂ ਕਾਲਜ ਦੇ ਵਿੱਚ ਸੀਗਾ, ਜਿਸ ਟਾਈਮ ਮੈਂ ਕਾਲਜ 'ਚ ਪੜ੍ਹਦਾ ਹੁੰਦਾ ਸੀਗਾ ਤਾਂ ਉਸ ਤੋਂ ਵਧੀਆ ਨੰਬਰ ਸੀਗੇ, ਬਹੁਤ ਵਧੀਆ ਸੀ, ਡਿਗਰੀਆਂ ਕੀਤੀਆਂ। ਬੇਅੰਤ ਕਾਲਜ ਤੋਂ ਮੈਂ ਡਿਗਰੀ ਕੀਤੀ ਹੈ। ਉਸ ਤੋਂ ਬਾਅਦ ਜਦੋਂ ਮੈਂ ਕਹਿ ਲਓ ਇੰਟਰਵਿਊ ਦਿੱਤੇ, ਕਈ ਜਗ੍ਹਾ 'ਤੇ ਪਲੇਸਮੈਂਟਸ ਵੀ ਹੋਈਆਂ। ਪਲੇਸਮੈਂਟ ਜਦੋਂ ਹੋਈਆਂ ਤਾਂ ਉੱਥੇ ਪਤਾ ਚੱਲਿਆ ਕਿ ਉਹ ਸਾਡੇ ਤੋਂ ਮੰਗਦੇ ਆ ਪੈਸੇ ਕਿ ਸਾਨੂੰ 40,000 ਰੁਪਇਆ 50,000 ਰੁਪਇਆ ਦਿਓ, ਉਸ ਤੋਂ ਬਾਅਦ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ, ਜੇ ਤੁਸੀਂ ਟ੍ਰੇਨਿੰਗ ਵਧੀਆ ਕਰੋਗੇ ਫਿਰ ਜੋਬ ਮਿਲਣੀ ਹੈ। ਮਤਲਬ ਉਹ ਵੀ ਇੰਸਟੀਟਿਊਸ਼ਨ ਸੀਗੇ। ਬਹੁਤ ਦੁੱਖ ਹੋਇਆ ਕਿ ਯਾਰ ਸਾਨੂੰ ਸਹੀ ਢੰਗ ਨਾਲ ਗਾਈਡ ਨਹੀਂ ਕੀਤਾ। ਜਦੋਂ ਵੀ ਇੰਟਰਵਿਊ ਦਿੰਦੇ ਸੀਗੇ ਉੱਥੇ ਸਾਨੂੰ ਪ੍ਰੈਕਟੀਕਲ ਚੀਜ਼ਾਂ ਉਹਨਾਂ ਨੇ ਪੁੱਛੀਆਂ ਹਮੇਸ਼ਾ ਹੀ, ਪ੍ਰੈਕਟੀਕਲ। ਸਾਨੂੰ ਉਹ ਚੀਜ਼ਾਂ ਨਹੀਂ ਆਉਂਦੀਆਂ ਸੀ। ਮੈਂ ਸੱਚੀ ਕਹਿੰਦਾ ਕਿ ਸਾਨੂੰ ਉਹ ਚੀਜ਼ਾਂ ਨਹੀਂ ਆਉਂਦੀਆਂ ਸੀ ਉਸ ਟਾਈਮ 'ਤੇ। ਅਤੇ ਬੜਾ ਦੁੱਖ ਹੁੰਦਾ ਸੀਗਾ ਕਿ ਘਰਦਿਆਂ ਨੂੰ ਵੀ ਉਮੀਦ ਸੀਗੀ ਕਿ ਇੰਜੀਨੀਅਰਿੰਗ ਕੀਤੀ ਹੈ ਇਹਨਾਂ ਨੇ, ਬਹੁਤ ਜ਼ਿਆਦਾ ਸਾਨੂੰ ਬਹੁਤ ਜ਼ਿਆਦਾ ਅੱਗੇ ਸਕੋਪ ਦਿਖਦਾ ਸੀ ਉਹਨਾਂ ਨੂੰ ਸਾਡੇ ਵਿੱਚ ਕਿ ਅੱਗੇ ਘਰ ਨੂੰ ਸਾਰਾ ਕੁਝ ਸੌਖਾ ਕਰੂਗੇ। ਬਟ ਦਿੱਕਤ ਬਹੁਤ ਹੋਈ, ਇੰਨੀ ਜ਼ਿਆਦਾ ਦਿੱਕਤ ਹੋਈ ਕਿ ਅੱਜ ਖੁਦ ਮੈਂ 3 ਸਾਲ ਜੋਬ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਇਹ ਚੀਜ਼ ਮੈਨੂੰ ਕਰਨੀ ਚਾਹੀਦੀ ਆ। ਮੈਂ ਉਹ ਚੀਜ਼ ਚਾਹੁੰਦਾ ਸੀਗਾ ਕਿ ਜੋ ਚੀਜ਼ ਮਤਲਬ ਮੈਂ ਕਾਲਜ ਦੇ ਟਾਈਮ ਮੈਨੂੰ ਕੋਈ ਦੱਸ ਦਿੰਦਾ ਅਤੇ ਅੱਜ ਮੈਂ ਜਿੱਥੇ ਹਾਂ ਉਸ ਤੋਂ ਅੱਗੇ 5 ਸਾਲ ਅੱਗੇ ਹੋਣਾ ਸੀਗਾ, ਉਹੀ ਚੀਜ਼ ਮੈਂ ਤੁਹਾਡੇ ਨਾਲ ਕਰਦਾ। ਬਸ ਸਿੰਪਲ ਜਿਹਾ ਇੰਨਾ ਕੁ ਲੋਜਿਕ ਹੈ। ਕੋਈ ਕਹਿ ਦਿੰਦੇ ਆ ਕਿ ਯਾਰ ਕਾਹਤੇ ਮਤਲਬ ਇੰਨਾ ਕੁਝ ਦਿੰਦੇ ਹੋ, ਕਾਹਤੇ ਇੰਨਾ ਸਸਤਾ, ਵੀ ਕਿਉਂ ਇੰਨਾ ਸਸਤਾ ਬਣਦਾ ਨਹੀਂ ਆ, ਕੁਛ ਨਾ ਕੁਛ ਤਾਂ ਕਰਦੇ ਹੋਣੇ ਆ। ਪਰ ਨਹੀਂ, ਬਸ ਇੱਕ ਚਾਹ ਸੀ ਜ਼ਿੰਦਗੀ ਦੇ ਵਿੱਚ ਕਿ ਯਾਰ ਜੋ ਚੀਜ਼ ਮੈਨੂੰ ਨਹੀਂ ਮਿਲੀ, ਮੈਂ ਜਦ ਸਕੂਲ ਕਾਲਜ 'ਚ ਸੀਗਾ ਮੈਨੂੰ ਕੋਈ ਗਾਈਡ ਕਰ ਦਿੰਦਾ ਉਸ ਟਾਈਮ, ਸਹੀ ਗਾਈਡ ਕਰ ਦਿੰਦਾ ਸਾਨੂੰ, ਅਤੇ ਅੱਜ ਜੋ ਸਾਡੇ 'ਚ ਪੋਟੈਂਸ਼ੀਅਲ ਸੀਗਾ, ਜੋ ਚੀਜ਼ ਮੈਂ ਕਰ ਸਕਦਾ ਸੀ ਉਸ ਟਾਈਮ 'ਤੇ, ਬਸ ਡਾਇਰੈਕਸ਼ਨ ਗਲਤ ਹੋਣ ਕਰਕੇ ਉਹ ਚੀਜ਼ਾਂ ਤੱਕ ਮੈਂ ਕਦੀ ਪਹੁੰਚ ਹੀ ਨਹੀਂ ਸਕਿਆ। ਕਿਸੇ ਨੇ ਸਾਨੂੰ ਦੱਸਿਆ ਨਹੀਂ ਕਿ ਅਗਰ ਇੰਜੀਨੀਅਰਿੰਗ ਕਰਨੀ ਆ ਤਾਂ ਇਹ ਚੀਜ਼ਾਂ ਕਰੋ, ਤੁਸੀਂ ਅਗਰ ਕੰਪਿਊਟਰ ਸਾਇੰਸ ਲੈਣੀ ਆ ਤਾਂ ਤੁਹਾਨੂੰ ਆਹ ਕੋਰਸ ਪਹਿਲਾਂ ਕਰ ਲੈਣੇ ਚਾਹੀਦੇ ਆ। ਕਿਸੇ ਨੇ ਨਹੀਂ ਗਾਈਡ ਕੀਤਾ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਹੁਣ +2 ਖਤਮ ਕੀਤੀ ਹੈ ਜਾਂ 10th ਖਤਮ ਕੀਤੀ ਹੈ, ਇੱਕ ਕੋਰਸ ਜ਼ਰੂਰ ਕਰੋ, ਉਹ ਹੈਗਾ ਸਪੋਕਨ ਇੰਗਲਿਸ਼ ਦਾ। ਅਸੀਂ ਕੀ ਕਰਦੇ ਹਾਂ ਕਿ ਇੰਗਲਿਸ਼ ਸਾਡੇ ਲਈ ਇੱਕ ਸਬਜੈਕਟ ਆ। ਇੰਗਲਿਸ਼ ਸਬਜੈਕਟ ਹੋਣ ਕਰਕੇ ਸਿਰਫ ਇੰਗਲਿਸ਼ ਸਬਜੈਕਟ ਤੱਕ ਹੀ ਸੀਮਿਤ ਆ। ਅਸੀਂ ਖੁਦ ਉਹ ਚੀਜ਼ਾਂ ਲਿਖ ਵੀ ਨਹੀਂ ਸਕਦੇ ਜਿਹੜੀਆਂ ਚੀਜ਼ਾਂ ਸਾਡੇ ਮਨ 'ਚ ਆ ਇੰਗਲਿਸ਼ ਦੇ ਵਿੱਚ, ਅਤੇ ਸਾਨੂੰ ਇਹ ਕਿਸੇ ਦੀ ਗੱਲ ਸਮਝਣੀ ਥੋੜ੍ਹੀ ਬਹੁਤੀ ਸਮਝ ਲੈਂਦੇ ਆ, ਬਟ ਬੋਲਣ ਦੇ ਟਾਈਮ ਤਾਂ ਖਤਮ ਆ, ਬੋਲਣ ਤਾਂ ਸਕਦੇ ਹੀ ਨਹੀਂ ਨਾ। ਅਤੇ ਮੈਨੂੰ ਜਿੱਦ ਤੱਕ ਪਤਾ ਕਿ 90% ਬੱਚਿਆਂ ਨੂੰ ਸਮਝ ਵੀ ਨਹੀਂ ਆਉਂਦੀ ਕੋਈ ਅੱਗੇ ਸਾਹਮਣੇ ਇੰਗਲਿਸ਼ 'ਚ ਗੱਲ ਕਰੇ। ਅਗਰ ਇਹ ਚੀਜ਼ ਚੱਲਦੀ ਹੈ ਤਾਂ ਸੋਚੋ, ਅਗਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੌਲੇਜ ਆ, ਬਹੁਤ ਸਾਰੀ ਨੌਲੇਜ ਇੰਟਰਨੈਟ 'ਤੇ ਪਈ ਹੈ, ਬਟ ਜ਼ਿਆਦਾਤਰ ਉਹ ਇੰਟਰਨੈਟ 'ਤੇ ਜਿਹੜੀ ਨੌਲੇਜ ਪਈ ਉਹ ਇੰਗਲਿਸ਼ 'ਚ ਆ। ਜ਼ਿਆਦਾਤਰ ਉਹ ਨੌਲੇਜ ਇੰਗਲਿਸ਼ 'ਚ। ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਤੁਸੀਂ ਆਪਣੀ ਲਾਈਫ ਦੇ ਬਹੁਤ ਜ਼ਿਆਦਾ ਨੌਲੇਜ ਮਿਸ ਕਰ ਜਾਂਦੇ ਆ, ਬਹੁਤ ਜ਼ਿਆਦਾ। ਔਰ ਅਗਰ ਲਾਈਫ ਦੇ ਵਿੱਚ ਅੱਗੇ ਕਾਮਯਾਬ ਹੋਣ ਵਾਸਤੇ ਕਹਿ ਦਿੰਦੇ ਆ ਕਿ ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਸਾਡੀ ਮਾਤਰ ਭਾਸ਼ਾ ਹੈ, ਸਾਨੂੰ ਇਹ ਸਿੱਖਣੀ ਚਾਹੀਦੀ ਹੈ। ਇਸ ਟਾਈਮ ਮੈਂ ਵੀ ਪੰਜਾਬੀ 'ਚ ਹੀ ਗੱਲ ਕਰਦਾ। ਰਿਸਪੈਕਟ ਆ, ਪਿਆਰ ਆ, ਲੈਂਗੁਏਜ ਨਾਲ ਸਮਝ ਆਉਂਦੀ, ਸਾਰਿਆਂ ਦੇ ਦਿਲ ਤੱਕ ਗੱਲ ਜਾਂਦੀ ਜੋ ਅਸੀਂ ਚੀਜ਼ ਦੱਸਦੇ ਹਾਂ। ਬਟ ਪ੍ਰੋਫੈਸ਼ਨਲੀ ਜਦੋਂ ਅਸੀਂ ਇੰਜੀਨੀਅਰਿੰਗ ਲਾਈਨ 'ਚ ਪ੍ਰੋਫੈਸ਼ਨਲੀ ਜਾਣਾ ਤਾਂ ਇੰਗਲਿਸ਼ ਪਿਕ 'ਤੇ, ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਬਹੁਤ ਘੱਟ ਚਾਂਸ ਆ ਤੁਹਾਡੇ ਜੋਬ ਨੂੰ ਹਾਸਿਲ ਕਰਨ ਦੇ, ਬਹੁਤ ਘੱਟ। ਕੁਛ ਕਹਿਣਗੇ ਵੀ ਕਿ ਨਹੀਂ ਇੱਦਾਂ ਨਹੀਂ, ਬਟ ਇੱਦਾਂ ਹੀ ਆ, ਠੀਕ ਹੈ। ਬਹੁਤ ਜ਼ਿਆਦਾ ਆਰਡੀਨਰੀ ਹੋਣਾ ਪੈਂਦਾ। ਫਿਰ ਇੰਗਲਿਸ਼ ਨੂੰ ਸਿੱਖਣਾ ਇੱਕ ਲੈਂਗੁਏਜ ਹੈ, ਸਿੱਖਣਾ ਜ਼ਰੂਰੀ ਹੈ। ਇੰਗਲਿਸ਼ ਸਿੱਖੋ, ਹਰ ਲੈਂਗੁਏਜ ਸਿੱਖੋ, ਠੀਕ ਹੈ। ਇੰਗਲਿਸ਼ ਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਕਿਤੇ ਵੀ ਓਪਰਚੁਨਿਟੀਜ਼ ਮਿਲਣੀ ਹੈ, ਸਿਰਫ ਇੰਗਲਿਸ਼ ਕਰਕੇ ਉਹ ਓਪਰਚੁਨਿਟੀ ਹੱਥ 'ਚੋਂ ਚੱਲ ਜਾਏ ਤਾਂ ਸਾਡੇ ਲਈ ਕਾਫੀ ਜ਼ਿਆਦਾ ਉਸ ਟਾਈਮ ਬੁਰੀ ਵਾਲੀ ਗੱਲ ਹੁੰਦੀ ਹੈ। ਤਾਂ ਕੋਸ਼ਿਸ਼ ਕਰੋ +2 ਤੋਂ ਬਾਅਦ ਫਸਟ, ਅਗਰ ਤੁਸੀਂ IT ਸੈਕਟਰ 'ਚ ਜਾਣਾ ਚਾਹੁੰਦੇ ਆ, ਇੰਗਲਿਸ਼ ਦਾ ਕੋਰਸ ਤਾਂ ਜ਼ਰੂਰ ਕਰੋ, ਨਾਲ C++ ਵਰਗੀ ਕੋਈ ਪ੍ਰੋਗਰਾਮਿੰਗ ਲੈਂਗੁਏਜ ਸਿੱਖੋ, ਤਾਂ ਕਿ ਤੁਹਾਨੂੰ ਜਦੋਂ ਤੁਸੀਂ ਇਸ ਫੀਲਡ ਦੇ ਅੰਦਰ ਬਣਨਾ ਹੀ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੋ ਜਾਵੇ, ਤੁਹਾਨੂੰ ਪਤਾ ਹੀ ਹੋਵੇ ਸਾਰਾ ਕੁਝ, ਪ੍ਰੀ ਤੋਂ ਸਟਾਰਟਿੰਗ ਦਾ ਬੇਸ ਪਹਿਲੇ ਹੀ ਰੈਡੀ ਹੋਵੇ। ਤਾਂ ਬਸ ਇਹੀ ਚੀਜ਼ ਇੰਨੀ ਕੁ ਕਹਿਣਾ ਚਾਹੂੰਗਾ ਕਿ ਕੋਡਿਟੀ ਦੇ ਅੰਦਰ ਇਹ ਜਿਹੜੇ ਕੋਰਸਿਸ ਹੋਣ ਵਾਲੇ ਆ, ਸਟਾਰਟ ਹੋ ਚੁੱਕੇ ਆ। ਵੈਸੇ ਐਡਮਿਸ਼ਨ ਸਾਡੇ ਕੋਲ ਓਪਨ ਹੋ ਗਈਆਂ ਆ, ਤੁਸੀਂ ਕਦੀ ਵੀ ਆ ਕੇ ਐਡਮਿਸ਼ਨ ਲੈ ਸਕਦੇ ਹੋ।
ਰਜਿਸਟ੍ਰੇਸ਼ਨ ਆਪਣੀਆਂ ਕਰਵਾ ਸਕਦੇ ਹੋ ਕੋਰਸ ਦੀਆਂ। ਬਟ ਆਓ ਜ਼ਰੂਰ ਦੇਖੋ, ਅਗਰ ਕੋਰਸ ਨਹੀਂ ਵੀ ਕਰਨਾ, ਲਾਗੇ ਛਾਗੇ ਘੁੰਮਦੇ ਹੋ, ਅਸੀਂ ਇਸ ਟਾਈਮ ਪ੍ਰਭਾਤ ਚੌਂਕ ਦੇ ਲਾਗੇ ਟਿੱਬਾ ਸਾਹਿਬ ਗੁਰਦੁਆਰੇ ਦੇ ਕੋਲ ਸਾਡਾ ਇੰਸਟੀਟਿਊਟ ਹੈ। ਤੁਸੀਂ ਇੱਕ ਵਾਰ ਜੇ ਲਾਗੇ ਆਉਂਦੇ ਇੱਕ ਵਾਰ ਮਿਲ ਕੇ ਜ਼ਰੂਰ ਜਾਓ, ਕਿਉਂਕਿ ਅਗਰ ਤੁਸੀਂ ਇਹ ਚੀਜ਼ ਨੂੰ ਮਿਲਦੇ ਹੋ, ਮੈਂ 100% ਗਰੰਟੀ ਦਿੰਦਾ ਕਿ ਤੁਸੀਂ ਇੱਥੋਂ ਬਹੁਤ ਕੁਝ ਗੇਨ ਕਰਕੇ ਜਾਓਗੇ। ਸਾਡੇ ਤੇ ਵੀਕਲੀ ਵਰਕਸ਼ਾਪਸ ਹੁੰਦੀਆਂ ਜਿਨ੍ਹਾਂ ਨੇ ਤੁਹਾਨੂੰ ਦੱਸਦੀਆਂ ਕਿ ਲਾਈਫ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਗਰੋ ਕਰਨਾ, ਕਿਸ ਤਰੀਕੇ ਨਾਲ ਚੱਲਣਾ, ਕੀ ਚੀਜ਼ ਕਰਨੀ ਚਾਹੀਦੀ ਹੈ, ਕੀ ਚੀਜ਼ ਨਹੀਂ ਕਰਨੀ ਚਾਹੀਦੀ। ਸਬ ਕੌਂਸ਼ੀਅਸਲੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਜਿਹੜੀਆਂ ਕਿ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਸਬ ਕੌਂਸ਼ੀਅਸ ਚੀਜ਼ਾਂ ਅਸੀਂ ਬਹੁਤ ਸਾਰੀਆਂ ਮਿਸ ਕਰ ਦਿੰਦੇ ਹਾਂ, ਠੀਕ ਹੈ, ਉਹ ਸਾਨੂੰ ਧਿਆਨ ਰੱਖਣਾ ਪੈਂਦਾ ਚੀਜ਼ਾਂ। ਸੋ ਥੈਂਕ ਯੂ ਸੋ ਮਚ, ਇਸ ਤੱਕ ਵੀਡੀਓ ਤੱਕ ਆਏ ਆ, ਦੇਖਿਆ, ਥੈਂਕ ਯੂ ਸੋ ਮਚ।